मौसम जिहड़ा है वो बदलिया है। सिद्धा रुख करते हैं अर्शदीप अर्शी दा। अर्श साडे नाल ने। अर्श की कुछ इस समय मौसम का हाल है उत्थे टिकरी बॉर्डर के उत्ते, क्योंकि जानकारियां मीटिंग दियां टिकरी बॉर्डर ते मौजूद किसानों तक भी लाजमी तौर पर पहुंच रही होणगियां, वो किवें देख रहे हैं अज की मीटिंग के पहले सैशन नूं? जी बिल्कुल गौरव, पहला तो जिदा तुसी कहा कि बारिश हो रही है लगातार टिकरी बॉर्डर के उत्ते भी इस वक्त बारिश हो रही है। तकरीबन सारा दिन मौसम खराब रहा है, रुक रुक के बारिश होंदी रही है तो इस वेले भी बारिश हो रही है। दिक्कतां जरूर किसानां दियां लगातार वध रहीआं ने। पिछले कुछ दिनों के विच असीं तस्वीरां भी दिखाईआं ने कि किवें किसान होर तरपालां लैके तैयारी कर रहे हैं, बांस ला के ਜਿਹੜਾ रोड ਦੇ ਵਿੱਚ ਜਿਹੜੇ ਤਰਪਾਲਾਂ ਨੇ ਉਹਨਾਂ ਨੂੰ ਕੀਤਾ ਜਾ ਰਿਹਾ ਤਾਂ ਕਿ ਪਾਣੀ ਜਿਹੜਾ ਹੈਗਾ, ਕਿਉਂਕਿ ਜ਼ਿਆਦਾਤਰ ਜਿਹੜੇ ਕਿਸਾਨ ਨੇ ਟਰਾਲੀਆਂ ਦੇ ਵਿੱਚ ਤਾਂ ਸੌਂਦੇ ਹੀ ਨੇ, ਲੇਕਿਨ ਥੱਲੇ ਵੀ ਬਿਸਤਰੇ ਲਾਏ ਗਏ ਸੀ ਤਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਿੱਕਤ ਪੇਸ਼ ਆਉਂਦੀ ਹੈ ਉਸ ਤੋਂ ਬਚਣ ਦੇ ਲਈ ਹੋਰ ਤਿਆਰੀਆਂ ਕਰਦੇ, ਹੋਰ ਇੰਤਜ਼ਾਮ ਕਰਦੇ ਨਜ਼ਰ ਆਏ। ਕਾਫੀ ਸਾਰੇ ਕਿਸਾਨ ਇੱਥੇ ਜੁੜੇ ਹੋਏ ਨੇ, ਮੀਟਿੰਗ ਦੀਆਂ ਅਪਡੇਟਸ ਇਹਨਾਂ ਦੇ ਕੋਲ ਵੀ ਪਹੁੰਚ ਰਹੀਆਂ ਨੇ ਲਗਾਤਾਰ। ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਉਹ ਸਾਰੇ ਮਾਹੌਲ ਨੂੰ ਦੇਖਦੇ ਨੇ। ਕਾਫੀ ਸਾਰੇ ਕਿਸਾਨ ਸਾਡੇ ਨਾਲ ਜੁੜੇ ਹੋਏ ਨੇ, ਗੱਲਬਾਤ ਕਰਾਂਗੇ। ਮੀਟਿੰਗ ਦੇ ਵਿੱਚ ਤੁਹਾਨੂੰ ਵੀ ਅਪਡੇਟਸ ਪਹੁੰਚ ਰਹੀਆਂ ਹੋਣਗੀਆਂ ਕਿ ਮੀਟਿੰਗ ਦੇ ਵਿੱਚ ਅੱਜ ਫੇਰ ਖੇਤੀ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਨ ਦੇ ਲਈ ਤਾਂ ਤਿਆਰ ਹਾਂ, ਕਾਨੂੰਨ ਰੱਦ ਕਰਨ ਦੇ ਲਈ ਨਹੀਂ। ਕਾਫੀ ਉਮੀਦਾਂ ਲਾਈਆਂ ਗਈਆਂ ਸੀ ਕਿਸਾਨਾਂ ਦੇ ਵੱਲੋਂ 4 ਜਨਵਰੀ ਦੀ ਮੀਟਿੰਗ ਦੇ ਲਈ, ਕਿਵੇਂ ਦੇਖਦੇ ਹੋ? ਇਹਦੇ ਵਿੱਚ ਅੱਗੇ ਵੀ ਮੀਟਿੰਗਾਂ ਤਾਂ ਕਰਦੇ ਰਹੇ ਨੇ, ਪਰ ਉਹ ਉਸੇ ਤੇ ਸਿੱਟਾ ਰੱਖੀ ਆਉਂਦੇ ਨੇ, ਰੱਦ ਕਰਨ ਤੇ ਨਹੀਂ ਗਏ ਆਉਂਦੇ ਪਏ। ਰੱਦ ਵਾਲੇ ਤਾਂ ਆਉਂਦੇ ਹੀ ਨਹੀਂ, ਕੋਲ ਕੀ ਹੁੰਦਾ ਨਾ ਖੇਤੀ ਮੰਤਰੀ, ਉਸ ਗੱਲ ਤੇ ਇਤਰਾਜ਼ ਤਰਾਈ ਆਉਂਦੇ ਨੇ ਵੀ ਸੋਧ ਕਰਾ ਲਓ, ਸੋਧ ਕਰੋ। ਸੋਧ ਅਸੀਂ ਨਹੀਂ ਕਰਾਉਣਾ, ਅਸੀਂ ਕਰਾਉਣੇ ਨੇ ਤੇ ਰੱਦ ਕਰਾਉਣੇ ਨੇ। ਉਹਨਾਂ ਚਿਰ ਅਸੀਂ ਪਿਛਾ ਨਹੀਂ ਮੁੜਨਾ ਜਿੰਨਾ ਚਿਰ ਰੱਦ ਨਹੀਂ ਗਏ ਹੁੰਦੇ। ਮੇਰੇ ਨਾਲ ਵਕੀਲ ਵੀ ਨੇ, ਬਾਰ ਐਸੋਸੀਏਸ਼ਨ ਤੋਂ ਵਕੀਲ ਜੁੜੇ ਹੋਏ ਨੇ। ਵਾਰ-ਵਾਰ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਕਾਨੂੰਨ ਰੱਦ ਹੋਣ। ਅੱਜ ਵੀ ਕਿਸਾਨ ਆਗੂ ਉੱਥੇ ਬੈਠੇ ਇਹੀ ਗੱਲ ਕਰ ਰਹੇ ਨੇ ਕਿ ਕਾਨੂੰਨ ਰੱਦ ਹੋਣ ਤੇ ਗੱਲ ਕਰਨ ਲਈ ਆਏ ਆ, ਲੇਕਿਨ ਵਾਰ-ਵਾਰ ਉਹੀ ਗੱਲ ਸਰਕਾਰ ਦੇ ਵੱਲੋਂ ਆ ਰਹੀ ਹੈ ਕਿ ਸੋਧ ਕਰਨ ਲਈ ਤਿਆਰ ਆ, ਅਮੈਂਡਮੈਂਟ ਕਰਨ ਲਈ ਤਿਆਰ ਆ। ਬਿਲਕੁਲ ਜੀ, ਅਸੀਂ ਟੋਟਲੀ ਰੈਵੋਕੇਸ਼ਨ ਦੇ ਹੱਕ ਦੇ ਵਿੱਚ ਆ। ਅਮੈਂਡਮੈਂਟ ਕੋਈ ਰਾਈਟ ਵੇ ਨਹੀਂਗਾ, ਬਿਕੋਜ਼ ਆਲਰੇਡੀ ਇਸ ਬਿੱਲ ਦੇ ਵਿੱਚ ਬਹੁਤ ਜ਼ਿਆਦਾ ਲੂਪ ਹੋਲ ਛੱਡੇ ਗਏ ਨੇ ਜਿਹੜੇ ਕੱਲ ਨੂੰ ਆਪਣੀ ਆਮ ਜਨਤਾ ਨੂੰ ਪਰੇਸ਼ਾਨ ਕਰਨਗੇ। ਇਸ ਕਾਨੂੰਨ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਤਾਂ ਕਿ ਕੱਲ ਨੂੰ ਦਾ ਮਿਸਯੂਜ਼ ਕੀਤਾ ਜਾ ਸਕੇ, ਕਾਰਪੋਰੇਟਸ ਨੂੰ ਫਾਇਦਾ ਦਿੱਤਾ ਜਾ ਸਕੇ। ਮੈਂ ਜਿਵੇਂ ਕਿ ਅੱਗੇ ਵੀ ਕਿਹਾ ਸੀ, ਆਪਾਂ ਬਾਹਰ ਦੀ ਕੰਟਰੀਜ਼ ਜਿਹੜੀ ਇੰਨੀਆਂ ਡਿਵੈਲਪਡ ਹੈ ਉਹਨਾਂ ਦੀ ਇਕਨੋਮੀ ਇਸ ਚੀਜ਼ ਨੂੰ ਹੈਂਡਲ ਨਹੀਂ ਕਰ ਪਾਈ ਤੇ ਆਪਾਂ ਹਜੇ ਡਿਵੈਲਪਮੈਂਟ ਦੀ ਦੌਰ ਦੇ ਵਿੱਚ ਆ। ਜਿਵੇਂ ਕਿ UN ਤੋਂ ਵੀ ਥੋੜੇ ਦਿਨ ਪਹਿਲਾਂ ਨੋਟਿਸ ਆਇਆ ਕਿ ਇੰਡੀਆ ਇਜ਼ ਨੋ ਮੋਰ ਅ ਡਿਵੈਲਪਿੰਗ ਕੰਟਰੀ ਜਸਟ ਬਿਕੋਜ਼ ਆਫ ਦਿਸ ਰੀਜ਼ਨ। ਜੇ ਇਹੀ ਕੁਝ ਚੱਲਦਾ ਰਿਹਾ 2022 ਤੱਕ ਆਪਣੀ ਸ਼ਾਇਦ ਇਕਨੋਮੀ ਬੰਗਲਾਦੇਸ਼ ਤੋਂ ਵੀ ਨੀਚੇ ਆ ਜਾਏ, ਜੋ ਕਿ ਆਪਣਾ। ਹੋਰ ਵੀ ਕਿਸਾਨਾਂ ਦੇ ਨਾਲ ਗੱਲ ਕਰਾਂਗੇ, ਲੰਗਰ ਦੀ ਤਿਆਰੀ ਕਰ ਰਹੇ ਨੇ ਇੱਥੇ। ਤੁਸੀਂ ਕਿੱਥੋਂ ਆਏ ਹੋ ਜੀ? ਸਾਡਾ ਫਿਰੋਜ਼ਪੁਰ ਜ਼ਿਲ੍ਹਾ ਜੀ ਝੋਕ ਮੋੜੇ ਪਿੰਡ। ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ? 27 ਤਰੀਕ ਨੂੰ ਆ ਗਏ ਸੀ 10 ਵਜੇ ਜੀ ਨਵੰਬਰ ਨੂੰ। 40ਵਾਂ ਦਿਨ ਹੈ ਅੱਜ ਧਰਨੇ ਦਾ ਤੇ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਕਿ ਜੇ ਅੱਜ ਦੀ ਮੀਟਿੰਗ 'ਚ ਕੋਈ ਹੱਲ ਨਹੀਂ ਨਿਕਲਦਾ ਤਾਂ 6 ਜਨਵਰੀ ਦਾ ਟਰੈਕਟਰ ਮਾਰਚ ਹੋਊਗਾ, ਜਿਹੜਾ 26 ਜਨਵਰੀ ਦੇ ਲਈ ਰਿਹਰਸਲ ਹੋਊਗੀ। ਅੱਜ ਫੇਰ ਹਾਲਾਂਕਿ ਮੀਟਿੰਗ ਜਾਰੀ ਹੈ, ਲੰਚ ਬ੍ਰੇਕ ਹੋਈ ਹੈ, ਲੇਕਿਨ ਪਹਿਲੇ ਦੌਰ ਦੇ ਵਿੱਚ ਗੱਲ ਇਹੀ ਬਾਹਰ ਆਈ ਹੈ ਕਿ ਕਾਨੂੰਨ ਰੱਦ ਕਰਨ ਲਈ ਸਰਕਾਰ ਨਹੀਂ ਤਿਆਰ। ਕੋਈ ਨਹੀਂ ਮੈਡਮ, ਫਿਰ ਅਸੀਂ ਬੈਠੇ ਹੀ ਆ, ਲੰਗਰ ਪਾਣੀ ਪਕਾਈ ਜਾਂਦੇ ਆ। 26 ਜਨਵਰੀ ਨੂੰ ਦੱਸਾਂਗੇ ਵੀ ਜੱਟ ਕੌਣ ਆ ਤੇ ਕਾਹਦੇ ਵਾਸਤੇ ਆਏ ਆ। ਉਸ ਤੋਂ ਇਹਨਾਂ ਨੂੰ ਜਿੰਨਾ ਕੁ ਕਰਨਾ ਕਰ ਲੈਂਦੇ। ਅਸੀਂ ਤਾਂ ਆਪਦਾ ਪੂਰਾ ਅਰੇਂਜਮੈਂਟ ਕਰਕੇ ਆਏ ਆ। 6 ਮਹੀਨੇ ਲੱਗ ਜਾਣ, ਸਾਲ ਲੱਗ ਜਾਣ, ਅਸੀਂ ਵਾਪਸ ਨਹੀਂ ਜਾਂਦੇ ਜੇਕਰ ਕਾਨੂੰਨ ਰੱਦ ਨਹੀਂ ਹੁੰਦੇ। ਤਾਂ ਇਹੋ ਜਿਹਾ ਮਾਹੌਲ ਹੈ ਗੌਰਵ, ਤੁਸੀਂ ਦੇਖ ਸਕਦੇ ਹੋ। ਜਿੰਨੇ ਵੀ ਕਿਸਾਨਾਂ ਨਾਲ ਗੱਲ ਕਰਦੇ ਆ ਉਹਨਾਂ ਦਾ ਇਹੀ ਕਹਿਣਾ ਸ਼ੁਰੂ ਤੋਂ ਕਿ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ, 6 ਮਹੀਨੇ ਲੱਗ ਜਾਣ, ਕਿੰਨੀ ਦੇਰ ਲੱਗ ਜੇ, ਅਸੀਂ ਇੱਥੇ ਹੀ ਰੁਕਾਂਗੇ ਜਿੰਨੀ ਦੇਰ ਵੀ ਰੁਕਣਾ ਪਵੇ। ਤੇ 26 ਜਨਵਰੀ ਦੀ ਤਿਆਰੀ ਹੈ। ਜਥੇਬੰਦੀਆਂ ਨੇ ਪਹਿਲਾਂ ਹੀ ਜਥੇਬੰਦੀਆਂ ਦੇ ਆਗੂਆਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ, ਸਰਕਾਰ ਦੇ ਲਈ ਇੱਕ ਚੇਤਾਵਨੀ ਪਹਿਲਾਂ ਹੀ ਦਿੱਤੀ ਸੀ ਕਿ 6 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਉਹ ਤਿਆਰੀ ਹੋਵੇਗੀ, ਇੱਕ ਕਿਸਮ ਦੀ ਪਰੇਡ ਦੀ ਰਿਹਰਸਲ ਹੋਵੇਗੀ ਜਿਹੜੀ 26 ਜਨਵਰੀ ਨੂੰ ਕਿਸਾਨ ਪਰੇਡ ਕਰਨਗੇ। 26 ਜਨਵਰੀ ਦੀ ਪਰੇਡ ਇਸ ਵਾਰ ਕਿਸਾਨ ਕਰਨਗੇ, ਕਿਸਾਨ ਆਗੂਆਂ ਦਾ ਕਹਿਣਾ ਸੀ। ਮੌਸਮ ਤੁਸੀਂ ਦੇਖ ਸਕਦੇ ਹੋ ਕਿ ਬਾਰਿਸ਼ ਹੋ ਰਹੀ ਹੈ, ਦਿੱਕਤਾਂ ਜ਼ਰੂਰ ਵੱਧ ਗਈਆਂ ਨੇ, ਲੇਕਿਨ ਦਿੱਕਤਾਂ ਮੰਨਣ ਦੇ ਲਈ ਕਿਸਾਨ ਤਿਆਰ ਨਹੀਂ। ਚਾਹੇ ਬਜ਼ੁਰਗ ਨੇ, ਚਾਹੇ ਨੌਜਵਾਨ ਨੇ, ਉਹ ਦਿੱਕਤਾਂ ਨਹੀਂ ਮੰਨ ਰਹੇ, ਕਹਿ ਰਹੇ ਨੇ ਕਿ ਇੱਥੇ ਹੀ ਬੈਠੇ ਰਵਾਂਗੇ। ਜੀ ਗੌਰਵ जी बिल्कुल, तो अपडेट असीं लगातार अर्शी तुहाडे तों लैंदे रहांगे, खास तौर ते मौसम दी। इस समय मौसम जिस तरीके दे नाल बणिया होया दिल्ली दे पूरे इलाके दे विच टिकरी बॉर्डर दीयां तस्वीरां असीं तुहानूं दिखा रहे हां, जिथे अर्श साडी सहयोगी मौजूद है ते दूजे पासे विग्यान भवन दे विच भी लगातार जिथे मीटिंग जारी है उत्थे भी मौसम जिहड़ा है वो खराब होया ते उत्थे भी बरसात हुई है। खैर बरसात एक पासे है, पर हर पासे इस समय चर्चा यही है कि गलबात के जरिए हल निकल आए, इस मीटिंग का कोई नतीजा निकल आए।
ਪਰ ਜੋ ਹੁਣ ਤੱਕ ਦੀ ਸਾਡੇ ਕੋਲ ਅਪਡੇਟ ਹੈ, ਲੱਗ ਨਹੀਂ ਰਿਹਾ ਕਿ ਅੱਜ ਵੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲ ਸਕਦਾ ਹੈ, ਪਰ ਫਿਰ ਵੀ ਉਮੀਦ ਕਰਾਂਗੇ ਕਿ ਜ਼ਰੂਰ ਗੱਲਬਾਤ ਦੇ ਜ਼ਰੀਏ ਜਿਹੜਾ ਹੱਲ ਨਿਕਲੇ। ਤਾਂ ਨਵਾਂ ਸਾਲ ਹੈ, ਨਵਾਂ ਦੌਰ ਹੈ, ਅਸੀਂ ਇਹ ਵੀ ਉਮੀਦ ਕਰ ਰਹੇ ਹਾਂ ਕਿ ਨਵੇਂ ਸਾਲ ਦੇ ਵਿੱਚ ਜਦੋਂ ਕੋਵਿਡ ਦੀ ਵੈਕਸੀਨ ਮਿਲ ਗਈ, ਕਰੋਨਾ ਨੂੰ ਹਰਾਉਣ ਦੇ ਲਈ ਵੈਕਸੀਨ ਦੇਸ਼ ਨੂੰ 2 ਮਿਲ ਚੁੱਕੀਆਂ ਨੇ, ਤਾਂ ਇਸ ਵਿਚਾਲੇ ਕਿਸਾਨਾਂ ਦੇ ਮਸਲਾ ਜਿਹੜਾ ਉਹ ਵੀ ਹੱਲ ਹੋ ਜਾਏ। 3 ਕਾਨੂੰਨਾਂ ਦੇ ਉੱਤੇ ਰੇੜਕਾ ਇਸ ਸਮੇਂ ਬਰਕਰਾਰ ਹੈ। ਕੇਂਦਰ ਕਿਸਾਨਾਂ ਦੇ ਵਿਚਾਲੇ ਮੀਟਿੰਗ ਜਾਰੀ ਹੈ, ਗੱਲਬਾਤ ਦੇ ਵਿੱਚ ਤਲਖੀਆਂ ਹੋਈਆਂ ਨੇ, ਲੰਚ ਬ੍ਰੇਕ ਹੋਇਆ ਸੀ। ਸਿੱਧਾ ਰੁਕ ਕਰ ਰਹੇ ਹਾਂ ਨਪਿੰਦਰ ਬਰਾੜ ਦਾ। ਨਪਿੰਦਰ, ਕੀ ਕੁਝ ਇਸ ਸਮੇਂ ਤੁਹਾਡੇ ਕੋਲ ਜਾਣਕਾਰੀ ਲੰਚ ਬ੍ਰੇਕ ਤੋਂ ਬਾਅਦ ਕੀ ਦੁਬਾਰਾ ਮੀਟਿੰਗ ਸ਼ੁਰੂ ਹੋ ਚੁੱਕੀ ਹੈ? ਦੇਖੋ ਥੋੜੀ ਦੇਰ ਤੱਕ ਜਿਹੜੀ ਹੈਗੀ ਆ ਸੈਕੰਡ ਫੇਜ਼ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਚਰਚਾ ਜਿਹੜੀ ਆ ਸ਼ੁਰੂ ਹੋ ਜਾਏਗੀ। ਪਰ ਗੌਰਵ, ਜਿਸ ਤਰ੍ਹਾਂ ਤੁਸੀਂ ਮੌਸਮ ਦੀ ਗੱਲ ਕਰ ਰਹੇ ਸੀ ਕਿ ਟਿਕਰੀ ਬਾਰਡਰ ਤੇ ਮੀਂਹ ਪੈ ਰਿਹਾ, ਤਾਂ ਦੇਖੋ ਇੱਥੇ ਵੀ ਮੌਸਮ ਖਰਾਬ ਆ ਔਰ ਬਾਹਰ ਤੁਸੀਂ ਦੇਖ ਸਕਦੇ ਹੋ ਕਣੀਆਂ ਪੈ ਰਹੀਆਂ ਨੇ, ਬਾਹਰ ਕਣੀਆਂ ਪੈ ਰਹੀਆਂ ਨੇ, ਬਾਹਰ ਠੰਡ ਪੂਰੀ ਵੱਧ ਗਈ ਹੈ। ਪਰ ਮੀਟਿੰਗ ਹਾਲ ਦੇ ਅੰਦਰ ਗਰਮੀ ਵੱਧ ਰਹੀ ਹੈ, ਬਾਹਰ ਠੰਡ ਵੱਧ ਰਹੀ ਹੈ, ਅੰਦਰ ਗਰਮੀ ਵੱਧ ਰਹੀ ਹੈ। ਜਿਸ ਤਰ੍ਹਾਂ ਮਾਹੌਲ ਪੈਦਾ ਹੋ ਗਿਆ, ਸ਼ੁਰੂਆਤ ਜਿਹੜੀ ਪਹਿਲਾਂ ਹੋਈ ਕਿ ਜਿਹੜੇ ਕੇਂਦਰੀ ਮੰਤਰੀਆਂ ਨੇ ਸਾਫ਼ ਤੌਰ ਤੇ ਜਦੋਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਹੋ ਸਕਦੇ, ਤਾਂ ਉਸੇ ਵੇਲੇ ਤੋਂ ਅੰਦਰ ਦਾ ਟੈਂਪਰੇਚਰ ਵੱਧ ਗਿਆ। ਬਲਵੀਰ ਸਿੰਘ ਰਾਜੇਵਾਲ ਹੋਣੀ ਜਿਹੜੇ ਨੇ ਉਹ ਤਲਖ ਨਜ਼ਰ ਆਏ। ਉਸ ਤੋਂ ਬਾਅਦ ਲਗਾਤਾਰ ਦੋਨਾਂ ਧਿਰਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪੈਦਾ ਹੋਇਆ ਕਿ ਲੰਚ ਬ੍ਰੇਕ ਕਰਨੀ ਪਈ, ਲੰਚ ਬ੍ਰੇਕ ਕਰ ਦਿੱਤੀ ਗਈ ਕਿ ਜਦੋਂ ਇਸ ਬਹਿਸ ਦੇ ਦੌਰਾਨ ਕੋਈ ਗੱਲਬਾਤ ਅੱਗੇ ਨਹੀਂ ਤੁਰ ਸਕਦੀ ਸੀ ਤਾਂ ਲੰਚ ਬ੍ਰੇਕ ਕਰ ਦਿੱਤੀ ਗਈ। ਤਾਂ ਉਸ ਲੰਚ ਬ੍ਰੇਕ ਦੇ ਵਿੱਚ ਵੀ ਮਨਾਉਣ ਦੀ ਕੋਸ਼ਿਸ਼, ਤੁਹਾਨੂੰ ਤਸਵੀਰ ਦਿਖਾਈ ਕਿਸ ਤਰ੍ਹਾਂ ਸੋਮ ਪ੍ਰਕਾਸ਼ ਜਿਹੜੇ ਨੇ ਉਹ ਜਾਂਦੇ ਨੇ, ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਨੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਆਪਾਂ ਇੱਕ ਵਾਰੀ ਗੱਲਬਾਤ ਕਰੀਏ, ਅੱਗੇ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਹੋਰ ਵਿਚਾਰ ਕੀਤਾ ਜਾ ਸਕਦਾ। ਪੰਕਜ ਇੱਕ ਵਾਰੀ ਫਿਰ ਤੋਂ ਸਾਡੇ ਨਾਲ ਨੇ। ਪੰਕਜ ਲਗਾਤਾਰ ਅੰਦਰ ਦੀ ਹਰ ਖਬਰ ਤੇ ਨਜ਼ਰ ਰੱਖ ਰਹੇ ਨੇ। ਪਿਛਲੇ ਲਗਾਤਾਰ ਜਦੋਂ ਤੋਂ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਹਰ ਤਸਵੀਰ ਤੇ ਇਹਨਾਂ ਦੀ ਨਜ਼ਰ ਹੈ। ਪੰਕਜ, ਕਿੰਨੀ ਦੇਰ 'ਚ ਜਿਹੜੀ ਹੈ ਦੁਬਾਰਾ ਅੰਦਰ ਚਰਚਾ ਫਿਰ ਤੋਂ ਸ਼ੁਰੂ ਹੋ ਜਾਏਗੀ ਔਰ ਕੀ ਲੱਗਦਾ ਹੈ, ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਕੋਲ ਆਈਆਂ, ਅੰਦਰ ਦੇ ਹਾਲਾਤ ਤੋਂ ਕੀ ਲੱਗਦਾ ਹੈ ਕਿ ਦੁਬਾਰਾ ਟੈਂਪਰੇਚਰ ਵਧੇ ਹੀ ਰਹੇਗਾ ਕਿ ਦੁਬਾਰਾ ਇੱਕ ਵਾਰੀ ਬਾਹਰਲੇ ਟੈਂਪਰੇਚਰ ਦੇ ਅਕੋਰਡਿੰਗ ਮੀਟਿੰਗ ਸ਼ੁਰੂ ਹੋਏਗੀ? ਨਪਿੰਦਰ, ਜੋ ਤਲਖੀ ਵਧੀ ਸੀ ਜਿਸ ਕਰਕੇ ਲੰਚ ਬ੍ਰੇਕ ਲੈਣਾ ਪਿਆ, ਉਸ ਤਲਖੀ ਘਟੇ। ਰਾਜੇਵਾਲ ਦੀ ਜੋ ਨਾਰਾਜ਼ਗੀ ਜਾਂ ਫਿਰ ਇਹ ਕਹੀਏ ਕਿ ਜੋ ਅਗਰੈਸਿਵ ਨਜ਼ਰ ਆਏ ਉਸ ਨੂੰ ਘਟਾਉਣ ਦੇ ਲਈ ਤਸਵੀਰਾਂ ਮੈਂ ਦਿਖਾ ਰਿਹਾ। ਪਹਿਲਾਂ ਇੱਕ ਤਸਵੀਰ ਦਿਖਾਈ ਸੀ ਕਿ ਇਸ ਤਰੀਕੇ ਦੇ ਨਾਲ ਸੋਮ ਪ੍ਰਕਾਸ਼ ਹੋਰੀ, ਆਹ ਦੇਖੋ ਸੋਮ ਪ੍ਰਕਾਸ਼ ਹੋਰੀ ਮਿਲਣ ਦੇ ਲਈ ਪਹੁੰਚੇ ਔਰ ਕਿਵੇਂ ਸੋਮ ਪ੍ਰਕਾਸ਼ ਹੱਥ ਜੋੜ ਕੇ ਖੜੇ ਨੇ, ਪੰਜਾਬੀ 'ਚ ਸਮਝਾ ਰਹੇ ਨੇ, ਕਿਉਂਕਿ ਪਿਊਸ਼ ਗੋਇਲ ਜਾਂ ਫਿਰ ਨਰਿੰਦਰ ਸਿੰਘ ਤੋਮਰ ਜਿਹੜੇ ਨੇ ਉਹ ਹਿੰਦੀ 'ਚ ਗੱਲ ਕਰਦੇ ਨੇ, ਕਿਤੇ ਮਿਸਕਮਿਊਨੀਕੇਸ਼ਨ ਵੀ ਹੁੰਦਾ ਹੈ। ਲੇਕਿਨ ਪਿਊਸ਼ ਗੋਇਲ ਹੁਣ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਨੇ। ਇੱਕ ਹੋਰ ਤਸਵੀਰ ਆਈ ਹੈ, ਇਹ ਦੇਖੋ ਕਿ ਬਾਕਾਇਦਾ ਤੌਰ ਤੇ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਨਾਲ ਹੱਥ ਜੋੜ ਕੇ ਇੱਥੇ ਵੀ ਸੋਮ ਪ੍ਰਕਾਸ਼ ਖੜੇ ਨੇ। ਹੱਥ ਜੋੜ ਕੇ ਖੜੇ ਹੋਣ ਦਾ ਮਤਲਬ ਇਹ ਹੈ ਕਿ ਜੋ ਤਲਖੀ ਦੇਖਣ ਨੂੰ ਮਿਲ ਰਹੀ ਸੀ ਉਹ ਤਲਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਲੰਚ ਬ੍ਰੇਕ ਦੇ ਵਿੱਚ ਕੀਤੀ ਜਾ ਰਹੀ ਹੈ। ਬਾਕੀ ਲੀਡਰ ਵੀ ਨਾਲ ਖੜੇ ਨੇ। ਇੱਕ ਤਸਵੀਰ ਹੋ ਰਹੀ ਹੈ, ਇਹ ਤਸਵੀਰ ਦੇਖੋ, ਜਦੋਂ ਤਲਖੀ ਘਟੀ ਤਾਂ ਸੋਮ ਪ੍ਰਕਾਸ਼ ਹੋਰਾਂ ਨੂੰ ਨਾਲ ਬਿਠਾ ਲਿਆ, ਨਾਲ ਬਿਠਾ ਕੇ ਬਾਕੀ ਕਿਸਾਨ ਆਗੂ ਵੀ ਇਸ ਵੇਲੇ ਸੋਫੇ ਤੇ ਬੈਠੇ ਹੋਏ ਨੇ। ਇਹ ਲੰਚ ਬ੍ਰੇਕ ਦੇ ਵਿੱਚ ਸੋਮ ਪ੍ਰਕਾਸ਼ ਤਲਖੀ ਘਟਾਉਣ ਦੇ ਲਈ ਪਹੁੰਚੇ ਨੇ। ਇੱਕ ਇੱਕ ਤਸਵੀਰ ਬਹੁਤ ਕੁਝ ਬਿਆਨ ਕਰ ਰਹੀ ਹੈ। ਇਹ ਦੇਖੋ ਕਿ ਇਹਨਾਂ ਤਿੰਨਾਂ ਤਸਵੀਰਾਂ ਦੇ ਵਿੱਚ ਰਾਜੇਵਾਲ ਨਜ਼ਰ ਨਹੀਂ ਆ ਰਹੇ, ਰਾਜੇਵਾਲ ਨਜ਼ਰ ਨਹੀਂ ਆ ਰਹੇ, ਯਾਨੀ ਕਿ ਰਾਜੇਵਾਲ ਅਜੇ ਵੀ ਨਾਰਾਜ਼ ਨੇ, ਅਜੇ ਵੀ ਗੁੱਸੇ 'ਚ ਨੇ ਔਰ ਬਾਕੀ ਲੀਡਰ ਕਿਤੇ ਨਾ ਕਿਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਸੋਮ ਪ੍ਰਕਾਸ਼ ਕਰ ਰਹੇ ਨੇ। ਮੈਂ ਥੋੜਾ ਕਲੋਜ਼ ਅਪ ਕਰਕੇ ਦਿਖਾ ਰਿਹਾ ਕਿ ਤੁਸੀਂ ਜਾ ਕੇ ਰਾਜੇਵਾਲ ਹੋਰਾਂ ਦਾ ਟੈਂਪਰੇਚਰ ਥੋੜਾ ਡਾਊਨ ਕਰੋ ਤਾਂ ਕਿ ਗੱਲਬਾਤ ਇੱਕ ਵਾਰੀ ਫਿਰ ਤੋਂ ਸ਼ੁਰੂ ਕੀਤੀ ਜਾ ਸਕੇ। ਮੀਟਿੰਗ ਸ਼ੁਰੂ ਹੋਈ, ਮੀਟਿੰਗ ਦੀ ਸ਼ੁਰੂਆਤ 'ਚ ਹੀ ਕਿਸਾਨ ਆਗੂਆਂ ਵੱਲੋਂ ਕਹਿ ਦਿੱਤਾ ਗਿਆ ਤਿੰਨੇ ਕਾਨੂੰਨ ਰੱਦ ਕਰੋ, ਇਸੇ ਤੇ ਚਰਚਾ ਹੋਏਗੀ, ਐਮਐਸਪੀ ਤੇ ਕੋਈ ਚਰਚਾ ਨਹੀਂ ਹੋਏਗੀ। ਰਾਜੇਵਾਲ ਬੇਦ ਗੁੱਸੇ 'ਚ ਸੀਗੇ ਔਰ ਰਾਜੇਵਾਲ ਜਦੋਂ ਗੁੱਸੇ 'ਚ ਸੀਗੇ ਤਾਂ ਕਿਸਾਨ ਆਗੂ ਵੀ ਉਹਨਾਂ ਨੂੰ ਦੇਖ ਰਹੇ ਸੀਗੇ ਔਰ ਕਿਸਾਨ ਆਗੂਆਂ ਨੇ ਵੀ ਕਹਿ ਦਿੱਤਾ ਕਿ ਰਾਜੇਵਾਲ ਹੀ ਸਾਡੇ ਨਾਲ ਗੱਲ ਕਰਨਗੇ ਔਰ ਇਸੇ ਵਜ੍ਹਾ ਕਰਕੇ ਬ੍ਰੇਕ ਲੈਣੀ ਪਈ। ਔਰ ਇਹ ਤਸਵੀਰ ਦੇਖੋ ਕਿ ਸੋਮ ਪ੍ਰਕਾਸ਼ ਸੈਂਟਰ ਦੇ ਮੰਤਰੀ ਨੇ, ਉਹ ਅਸ਼ੋਕ ਤਸਵੀਰ ਦਿਖਾਓ ਕਿ ਹੱਥ ਜੋੜ ਕੇ ਖੜੇ ਨੇ। ਇਹ ਹੱਥ ਜੋੜ ਕੇ ਖੜੇ ਹੋਣ ਦਾ ਮਤਲਬ ਇਹ ਹੈ ਕਿ ਸੋਮ ਪ੍ਰਕਾਸ਼ ਲੀਡਰਾਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਦੇਖੋ ਕਲੋਜ਼ ਅਪ, ਬਿਲਕੁਲ ਕਲੋਜ਼ ਅਪ, ਕਿ ਕਿਸ ਤਰੀਕੇ ਨਾਲ ਹੱਥ ਜੋੜ ਕੇ ਖੜੇ ਨੇ। ਬਲਦੇਵ ਸਿੰਘ ਸਿਰਸਾ ਨੂੰ ਕਹਿ ਰਹੇ ਨੇ ਕਿ 3 ਕਾਨੂੰਨਾਂ ਤੇ ਰੱਦ ਕਰਨ ਨੂੰ ਬਾਅਦ ਚੋਂ ਚਰਚਾ ਕਰ ਲਾਂਗੇ, ਉਸ ਤੋਂ ਪਹਿਲਾਂ ਐਮਐਸਪੀ ਨੂੰ ਲੈ ਕੇ ਚਰਚਾ ਕਰੀਏ ਔਰ ਮੀਟਿੰਗ ਦੀ ਸ਼ੁਰੂਆਤ ਦੁਬਾਰਾ ਤੋਂ ਕਰੀਏ। ਔਰ ਇਹ ਸੋਮ ਪ੍ਰਕਾਸ਼ ਅਹਿਮ ਰੋਲ ਅਦਾ ਕਰ ਰਹੇ ਨੇ। ਔਰ ਇਹ ਦੇਖੋ ਅਗਲੀ ਤਸਵੀਰ 'ਚ ਸੋਮ ਪ੍ਰਕਾਸ਼ ਹੋਰਾਂ ਨੂੰ ਸੋਫੇ ਤੇ ਬਹਾ ਲਿੱਤਾ ਗਿਆ। ਇਹ ਵਿਗਿਆਨ ਭਵਨ ਦੇ ਅੰਦਰ ਦੀ ਤਸਵੀਰ ਹੈ, ਲੇਕਿਨ ਉਸ ਹਾਲ ਦੀ ਤਸਵੀਰ ਨਹੀਂ ਹੈ ਜਿੱਥੇ ਮੀਟਿੰਗ ਹੁੰਦੀ ਹੈ। ਇਹ ਅਲੱਗ ਤੋਂ ਮੀਟਿੰਗ ਸੋਮ ਪ੍ਰਕਾਸ਼ ਇਕੱਲੇ ਕਰ ਰਹੇ ਨੇ। ਬਾਕੀ 2 ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਟੈਲੀਫੋਨ ਤੇ ਕਿ ਕਿਸਾਨਾਂ ਦੇ ਵਿੱਚ ਇਹ ਨਾਰਾਜ਼ਗੀ ਹੈ, ਕਿਸਾਨਾਂ ਦੇ ਵਿੱਚ ਇਹ ਗੁੱਸਾ ਹੈ, ਇਸ ਕਰਕੇ ਲੰਚ ਬ੍ਰੇਕ ਲੈਣਾ ਪੈ ਰਿਹਾ ਹੈ, ਇਸ ਕਰਕੇ ਵੱਖਰੇ ਤੌਰ ਤੇ ਮੀਟਿੰਗ ਕਰਨੀ ਪੈ ਰਹੀ ਹੈ। ਸਿਲਸਿਲੇਵਾਰ ਮੈਂ ਅੱਜ ਦੀ ਅਗਰ ਪੂਰੀ ਮੀਟਿੰਗ ਦੀ ਮੈਂ ਪੂਰੀ ਤਫਸੀਲ ਨਾਲ ਪਹਿਲਾਂ ਪੰਕਜ ਆਪਾਂ ਅੱਗੇ ਵੀ ਚੱਲਦੇ ਹਾਂ। ਹੁਣ ਇਹ ਮੀਟਿੰਗ ਕਿੰਨੀ ਦੇਰ 'ਚ ਲੱਗਦਾ ਹੈ ਕਿ ਦੁਬਾਰਾ ਸ਼ੁਰੂ ਹੋ ਸਕਦੀ ਹੈ? ਦੇਖੋ ਥੋੜੀ ਦੇਰ 'ਚ, ਕਿਉਂਕਿ ਇਸ ਵੇਲੇ ਸੋਮ ਪ੍ਰਕਾਸ਼ ਆਪਣਾ ਰੋਲ ਅਦਾ ਕਰ ਰਹੇ ਨੇ। ਸੋਮ ਪ੍ਰਕਾਸ਼ ਸਾਰੀ ਜਥੇਬੰਦੀਆਂ ਨੂੰ ਰਾਜ਼ੀ ਕਰਨ 'ਚ ਲੱਗੇ ਹੋਏ ਨੇ
ਕਿ ਤਿੰਨੇ ਕਾਨੂੰਨ ਰੱਦ ਹੋਣ, ਇਸ ਨੂੰ ਚਰਚਾ ਬਾਅਦ ਚੋਂ ਕੀਤੀ ਜਾਏਗੀ। ਪਹਿਲਾਂ MSP ਤੇ ਚਰਚਾ ਕਰ ਲਈਏ। MSP ਤੇ ਸਰਕਾਰ ਰਾਜ਼ੀ ਹੈ। ਮੈਂ ਕਿਉਂ ਬਾਰ-ਬਾਰ MSP ਦਾ ਜ਼ਿਕਰ ਕਰ ਰਿਹਾ ਕਿਉਂਕਿ 4 ਬਿੰਦੂ ਸੀਗੇ, 4 ਬਿੰਦੂਆਂ ਚੋਂ 2 ਬਿੰਦੂ ਸ਼ੁਰੂਆਤੀ MSP ਤੋਂ ਹੋਈ ਸੀ, ਮਾਮਲਾ ਵਿਗੜਿਆ MSP ਤੋਂ, ਪਰ ਉਹ ਹਾਲਾਤ ਬਦਲਦੇ ਅੱਜ ਹੋਰ ਪਾਸੇ ਨੂੰ ਚਲੇ ਗਏ। ਉਸ ਵੇਲੇ ਸਰਕਾਰ MSP ਤੇ ਗੱਲ ਕਰਨ ਨੂੰ ਤਿਆਰ ਨਹੀਂ ਸੀ, ਬਿਲਕੁਲ ਪਰ ਕਿਸਾਨ MSP ਮੰਗਦੇ ਸੀ। ਉਦੋਂ ਸਰਕਾਰ ਕਹਿੰਦੀ ਸੀ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਕਹਿ ਦਿੱਤਾ, ਅਸੀਂ ਚੰਡੀਗੜ੍ਹ ਆ ਕੇ ਖੇਤੀਬਾੜੀ ਮੰਤਰੀ ਨੇ ਵੀ ਕਹਿ ਦਿੱਤਾ, ਪ੍ਰਧਾਨ ਮੰਤਰੀ ਨੇ ਵੀ ਰੈਲੀ 'ਚ ਜ਼ਿਕਰ ਕਰ ਦਿੱਤਾ ਹੈ ਕਿ MSP ਜਿਵੇਂ ਹੈ ਉਵੇਂ ਹੀ ਰਹੇਗੀ। ਪਹਿਲਾਂ ਵੀ ਕਾਨੂੰਨ ਨਹੀਂ ਸੀ, ਹੁਣ ਵੀ ਕਾਨੂੰਨ ਨਹੀਂ ਬਣਾਇਆ ਜਾਏਗਾ। ਤਾਂ ਅੱਜ ਦੀ ਮੀਟਿੰਗ ਦਾ ਮੈਂ ਜ਼ਿਕਰ ਕਰ ਰਿਹਾ, ਜਿਹੜੇ ਦਰਸ਼ਕ ਇਸ ਵੇਲੇ ਨਾਲ ਜੁੜੇ ਨੇ, 2 ਵਜੇ ਮੀਟਿੰਗ ਦਾ ਟਾਈਮ ਸੀਗਾ। 1 ਵਜੇ ਕਿਸਾਨ ਆਗੂ ਇੱਥੇ ਪਹੁੰਚ ਚੁੱਕੇ ਸੀ। 1 ਵਜੇ ਤੁਸੀਂ ਬੱਸ ਦੇ ਵਿੱਚ ਨਾਲ ਆਏ। ਕਿਸਾਨਾਂ 'ਚ ਕੁਝ ਕਿਸਾਨ ਆਗੂ ਕਹਿ ਰਹੇ ਸੀਗੇ ਜ਼ਿਆਦਾ ਉਮੀਦਾਂ ਨਹੀਂ ਹੈ, ਕੁਝ ਕਿਸਾਨ ਆਗੂ ਕਹਿ ਰਹੇ ਸੀਗੇ ਕਾਨੂੰਨ ਰੱਦ ਕਰਾ ਕੇ ਮੰਨਾਂਗੇ। ਤਾਂ ਇਹ ਕਿਸਾਨ ਆਗੂ ਸੋਚ ਰਹੇ ਸੀਗੇ। 1 ਵਜੇ ਇੱਥੇ ਬੱਸ ਪਹੁੰਚੀ, ਐਂਟਰੀ ਹੋਈ। ਅਸ਼ੋਕ, ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਕਿ ਇਸ ਵੇਲੇ ਮੀਂਹ ਵੀ ਪੈ ਰਿਹਾ, ਕਣੀਆਂ ਵੀ ਪੈ ਰਹੀਆਂ ਔਰ ਬਾਹਰ ਮੀਡੀਆ ਵੀ ਪੂਰੀ ਤਰੀਕੇ ਨਾਲ ਇੱਥੇ ਖੜੇ ਆ, ਅਸੀਂ ਖੜੇ ਆ। ਤਾਂ 1 ਵਜੇ ਬੱਸ ਇੱਥੇ ਪਹੁੰਚੀ, ਤੁਸੀਂ ਨਾਲ ਟਿਕਰੀ ਬਾਰਡਰ ਤੋਂ ਆਏ, ਲਗਭਗ 45 ਮਿੰਟ ਲੱਗੇ, ਸਿੰਘੂ ਬਾਰਡਰ ਤੋਂ ਇੱਥੇ 45 ਮਿੰਟ ਲੱਗੇ। ਤਾਂ ਉਸ ਤੋਂ ਬਾਅਦ 2 ਵਜੇ ਕਿਸਾਨ ਆਗੂ ਅੰਦਰ ਗਏ ਔਰ 2 ਵਜੇ ਮੰਤਰੀ ਵੀ ਪਹੁੰਚੇ, ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਵੀ ਪਹੁੰਚੇ। ਲੇਕਿਨ ਮੀਟਿੰਗ ਸ਼ੁਰੂ ਹੋਈ 2:35 ਤੇ। 2 ਵਜੇ ਤੋਂ ਲੈ ਕੇ 35 ਮਿੰਟ ਤੱਕ ਤਿੰਨੇ ਮੰਤਰੀ ਤੇ ਜਿਹੜੇ ਆਫੀਸਰ ਸੀਗੇ, ਜਿਹੜੇ ਮੇਨ ਅਧਿਕਾਰੀ ਨੇ, ਉਹ ਲਗਾਤਾਰ ਆਪਸ 'ਚ ਗੱਲਬਾਤ ਕਰਦੇ ਰਹੇ। ਉਹਨਾਂ ਨੂੰ ਪਤਾ ਸੀ ਕਿ ਸਰਕਾਰ ਦੇ ਸਾਹਮਣੇ ਇੱਕ ਵਾਰ ਵੱਡਾ ਚੈਲੰਜ ਫਿਰ ਤਿੰਨੇ ਕਾਨੂੰਨਾਂ ਨੂੰ ਲੈ ਕੇ ਰਹਿਣ ਵਾਲਾ ਹੈ, ਕਿਉਂਕਿ 2 ਪੁਆਇੰਟ ਰਹਿ ਗਏ ਕਿ ਤਿੰਨੇ ਕਾਨੂੰਨ ਰੱਦ ਹੋਣ, ਦੂਸਰਾ MSP। ਤਾਂ ਸਰਕਾਰ ਇਹ ਚਾਹੁੰਦੀ ਸੀ ਕਿ ਅੱਜ ਪਹਿਲਾਂ MSP ਤੇ ਗੱਲਬਾਤ ਹੋਵੇ, ਉਸ ਤੋਂ ਬਾਅਦ ਤਿੰਨੇ ਕਾਨੂੰਨਾਂ ਨੂੰ ਲੈ ਕੇ ਅਗਲੀ ਮੀਟਿੰਗ ਤੇ ਗੱਲਬਾਤ ਹੋਏਗੀ। ਤਾਂ 2:35 ਤੇ ਮੀਟਿੰਗ ਸ਼ੁਰੂ ਹੋਈ। ਜਦੋਂ 2:35 ਤੇ ਮੀਟਿੰਗ ਸ਼ੁਰੂ ਹੋਈ ਤਾਂ ਕਿਸਾਨ ਜਥੇਬੰਦੀਆਂ ਨੇ ਮੰਤਰੀਆਂ ਨੂੰ ਕਿਹਾ ਕਿ ਸ਼ੁਰੂਆਤ ਅਸੀਂ ਮੀਟਿੰਗ ਦੀ ਕਰਾਂਗੇ, ਪਹਿਲਾਂ ਜਿਹੜੇ ਕਿਸਾਨ ਜਿਹੜੇ ਨੇ ਮਾਰੇ ਗਏ ਨੇ, ਜਿਹੜੇ ਕਿਸਾਨ ਅੰਦੋਲਨ 'ਚ ਜਿਨ੍ਹਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਨੇ ਖੁਦਕੁਸ਼ੀਆਂ ਕਰ ਲਈਆਂ ਨੇ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਸਭ ਤੋਂ ਪਹਿਲਾਂ ਸ਼ੁਰੂਆਤ ਇਸ ਮੀਟਿੰਗ ਦੀ ਇੱਥੋਂ ਕੀਤੀ ਜਾਵੇ। ਤਾਂ ਮੰਤਰੀ ਵੀ ਇਸ ਗੱਲ ਨੂੰ ਲੈ ਕੇ ਰਾਜ਼ੀ ਹੋ ਗਏ। ਮੰਤਰੀਆਂ ਨੇ 2 ਮਿੰਟ, ਉਹ ਵੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਮੰਤਰੀ ਰਾਜ਼ੀ ਹੋਏ, ਕਿਸ ਤਰੀਕੇ ਦੇ ਨਾਲ ਮੰਤਰੀ ਜਿਹੜੇ ਨੇ ਉਹਨਾਂ ਨੇ ਮੌਨ ਵਰਤ ਰੱਖਿਆ, ਉਹ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ, ਖੜੇ ਹੋ ਕੇ ਬਕਾਇਦਾ ਤੌਰ ਤੇ ਸ਼ਰਧਾਂਜਲੀ। ਇਹ ਦੇਖੋ, ਇਹ ਤਸਵੀਰ ਹੈ ਕਿ ਤਿੰਨੇ ਮੰਤਰੀ ਜਿਹੜੇ ਨੇ ਇਹ ਖੜੇ ਨੇ, ਇਹ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਜਿਹੜੇ ਕਿਸਾਨ ਆਗੂ ਜਿਹੜੇ ਨੇ ਜਾਂ ਕਿਸਾਨ ਜਿਹੜੇ ਮਾਰੇ ਗਏ। ਲਗਭਗ 60 ਦੇ ਕਰੀਬ ਕਿਸਾਨ ਜਿਹੜੇ ਨੇ ਇਸ ਅੰਦੋਲਨ ਦੇ ਵਿੱਚ ਮਾਰੇ ਗਏ ਨੇ। ਔਰ ਇਹ ਤਸਵੀਰ ਦੇਖੋ ਕਿ ਪਿਊਸ਼ ਗੋਇਲ ਖੜੇ ਹੋ ਕੇ ਸ਼ਰਧਾਂਜਲੀ ਦੇ ਰਹੇ, 2 ਮਿੰਟ ਦਾ ਮੌਨ ਵਰਤ ਰੱਖਿਆ, ਨਾਲ ਨਰਿੰਦਰ ਸਿੰਘ ਤੋਮਰ ਨੇ, ਨਾਲ ਸੋਮ ਪ੍ਰਕਾਸ਼ ਨੇ ਔਰ ਪਿੱਛੇ ਸਾਰੇ ਉਹਨਾਂ ਦੇ ਅਧਿਕਾਰੀ ਵੀ ਨੇ। ਔਰ ਦੂਜੇ ਪਾਸੇ ਇਹ ਤਸਵੀਰ 'ਚ ਉਸ ਤੋਂ ਬਾਅਦ ਮੀਟਿੰਗ ਸ਼ੁਰੂ ਹੁੰਦੀ ਹੈ। ਇਹ ਅਗਲੀ ਤਸਵੀਰ ਹੈ, ਮੀਟਿੰਗ ਸ਼ੁਰੂ ਹੁੰਦੀ ਹੈ। ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਜ਼ਿਕਰ ਮੰਤਰੀਆਂ ਵੱਲੋਂ ਕਿਹਾ ਜਾਂਦਾ ਹੈ ਕਿ MSP ਨੂੰ ਲੈ ਕੇ ਚਰਚਾ ਕਰਦੇ ਹਾਂ, MSP ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਉਸ ਵੇਲੇ ਬਲਬੀਰ ਸਿੰਘ ਰਾਜੇਵਾਲ ਗੁੱਸੇ 'ਚ ਆਉਂਦੇ ਨੇ। ਬਲਬੀਰ ਸਿੰਘ ਰਾਜੇਵਾਲ ਕਹਿੰਦੇ ਨੇ ਕਿ ਕਾਨੂੰਨ ਰੱਦ ਕਰਨਾ ਹੈ ਤਾਂ ਚਰਚਾ ਕਰੋ, MSP ਦੇ ਬਾਅਦ ਚੋਂ ਚਰਚਾ ਕਰਾਂਗੇ। ਕਿਉਂਕਿ ਕੱਲ ਜਿਹੜੀ ਪ੍ਰੋਪਰ ਮੀਟਿੰਗ ਹੋਈ ਸੀ ਕਿਸਾਨ ਆਗੂਆਂ ਦੀ, ਬੜੀ ਉਹ ਤੇ ਲੰਬੀ ਵਿਚਾਰ ਚਰਚਾ ਚੱਲਦੀ ਰਹੀ। ਉਸ ਦੇ ਵਿੱਚ ਵੀ ਫੈਸਲਾ ਕਰ ਲਿਆ ਗਿਆ ਸੀਗਾ ਕਿ ਇਸ ਤੋਂ ਘੱਟ ਗੱਲ ਨਹੀਂ ਹੋਏਗੀ। ਹਾਲਾਂਕਿ ਪਹਿਲਾਂ ਵੀ ਹੋ ਚੁੱਕਿਆ, ਪਰ ਕਿਸਾਨ ਆਗੂਆਂ ਨੇ ਹੁਣ ਸਾਫ਼ ਕਰ ਦਿੱਤਾ ਸੀ ਕਿ ਇਸ ਤੋਂ ਪਿੱਛੇ ਅਸੀਂ ਨਹੀਂ ਹਟਾਂਗੇ। ਔਰ ਉਹੀ ਜਿਹੜਾ ਉਹਨਾਂ ਦਾ ਫੈਸਲਾ ਸੀ, ਉਹਨਾਂ ਨੇ ਅੱਜ ਸਵੇਰੇ ਵੀ ਉਹੀ ਦੁਹਰਾਇਆ ਕਿ ਇਸ ਤੋਂ ਪਿੱਛੇ ਅਸੀਂ ਨਹੀਂ ਹਟਾਂਗੇ। ਸੇਮ ਮੀਟਿੰਗ ਦੇ ਵਿੱਚ ਜਾ ਕੇ ਗੱਲ ਕੀਤੀ ਹੈ। ਤਾਂ ਹੁਣ ਕੀ ਲੱਗਦਾ ਹੈ ਕਿ ਸੋਮ ਪ੍ਰਕਾਸ਼ ਜੀ ਹੋਰਾਂ ਦੀ ਗੱਲਬਾਤ ਕਿਸਾਨ ਆਗੂ ਥੋੜੀ ਬਹੁਤੀ ਮੰਨਣਗੇ? ਗੱਲ MSP ਤੇ ਤੁਰੇਗੀ? ਸੋਮ ਪ੍ਰਕਾਸ਼ ਦਾ ਜੋ ਰਵੱਈਆ, ਸੋਮ ਪ੍ਰਕਾਸ਼ ਦਾ ਜੋ ਐਟੀਟਿਊਡ ਹੈ, ਸੋਮ ਪ੍ਰਕਾਸ਼ ਇੱਕ ਨਰਮ ਔਰ ਠਰਮੇ ਵਾਲੇ ਕਿਹਾ ਜਾਂਦਾ ਹੈ ਕਿ ਤਸਵੀਰਾਂ ਦਾਤਰੀਆਂ ਹੱਥ ਜੋੜੀ ਖੜੇ ਨੇ, ਹੱਥ ਜੋੜ ਕੇ ਇਸ ਤਰੀਕੇ ਨਾਲ ਖੜੇ। ਔਰ ਮੰਤਰੀ ਅਗਰ ਕਿਸਾਨ ਆਗੂਆਂ ਦੇ ਸਾਹਮਣੇ ਇਸ ਤਰੀਕੇ ਨਾਲ ਖੜਾ ਤਾਂ ਉਸ ਦੇ ਮਾਇਨੇ ਸਮਝਣ ਦੀ ਵੀ ਜ਼ਰੂਰਤ ਹੈ। ਕਿਤੇ ਨਾ ਕਿਤੇ ਮਨਾਉਣ ਦੇ ਵਿੱਚ ਲੱਗੇ ਹੋਏ ਨੇ ਕਿ ਤਿੰਨੇ ਕਾਨੂੰਨ ਰੱਦ ਹੋਣ, ਉਸ ਨੂੰ ਲੈ ਕੇ ਬਾਅਦ ਚੋਂ ਚਰਚਾ ਹੋਏਗੀ, ਪਹਿਲਾਂ MSP ਨੂੰ ਲੈ ਕੇ ਚਰਚਾ ਕਰ ਲਿੱਤੀ ਜਾਵੇ। ਇਸੇ ਵਜ੍ਹਾ ਕਰਕੇ 1 ਘੰਟੇ ਬਾਅਦ ਹੀ ਲੰਚ ਬ੍ਰੇਕ ਹੋਇਆ ਔਰ ਇਸੇ ਵਜ੍ਹਾ ਕਰਕੇ ਹੀ ਲਗਭਗ 1 ਘੰਟਾ ਹੋ ਗਿਆ ਔਰ 1 ਘੰਟੇ ਤੱਕ ਅਜੇ ਤੱਕ ਵੀ ਚਾਹ ਬ੍ਰੇਕ ਚੱਲ ਰਹੀ ਹੈ, ਕਿਉਂਕਿ ਕਿਸਾਨ ਆਗੂ ਕਹਿ ਰਹੇ ਕਿ ਅਸੀਂ ਮੀਟਿੰਗ 'ਚ ਤਾਂ ਜਾਵਾਂਗੇ ਜਦੋਂ ਤਿੰਨੇ ਕਾਨੂੰਨਾਂ ਤੇ ਚਰਚਾ ਹੋਏਗੀ। ਤਾਂ ਸੋਮ ਪ੍ਰਕਾਸ਼ ਦੀਆਂ ਇਹ ਤਸਵੀਰਾਂ ਕਿੰਨੀਆਂ ਕੁ ਰੰਗ ਲਿਆਂਦੀਆਂ ਨੇ, ਇਹ ਦੇਖੋ। ਬਲਦੇਵ ਸਿੰਘ ਸਿਰਸਾ ਹੋਰਾਂ ਦੇ ਨਾਲ ਖੜੇ ਨੇ, ਬਾਕੀ ਆਗੂ ਖੜੇ ਨੇ, ਲੇਕਿਨ ਇਸ ਦੇ ਵਿੱਚ ਇਹਨਾਂ ਤਸਵੀਰਾਂ 'ਚ ਨਾ ਡਾਕਟਰ ਦਰਸ਼ਨਪਾਲ ਨਜ਼ਰ ਆ ਰਹੇ ਨੇ, ਨਾ ਜੋਗਿੰਦਰ ਸਿੰਘ ਉਗਰਾਹਾ ਨਜ਼ਰ ਆ ਰਹੇ ਨੇ, ਨਾ ਹੀ ਬਕਾਇਦਾ ਤੌਰ ਤੇ ਰਾਜੇਵਾਲ ਨਜ਼ਰ ਆ ਰਹੇ ਨੇ। ਇਹ ਤਿੰਨੇ ਥੋੜੇ ਸਖਤ, ਜਾਂ ਇਹ ਕਹੀਏ ਕਿ ਤਿੰਨਾਂ ਦੀ ਤਲਖੀ ਜ਼ਿਆਦਾ ਹੁੰਦੀ ਹੈ। ਕਿਉਂਕਿ ਰਾਜੇਵਾਲ ਔਰ ਉਗਰਾਹਾ ਦੋਨਾਂ ਦਾ ਜਿਸ ਤਰ੍ਹਾਂ ਦਾ ਰਾਜੇਵਾਲ ਹੋਰਾਂ ਦੀ ਤਾਂ ਸਥਿਤੀ ਸਾਫ਼ ਹੋ ਗਈ ਔਰ ਉਗਰਾਹਾ ਹੋਰਾਂ ਦਾ ਇੱਕ ਬਿਆਨ ਸਾਹਮਣੇ ਆ ਗਿਆ। ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸਰਕਾਰ ਦਾ ਐਟੀਟਿਊਡ ਹੈ ਜਿਹੜਾ ਉਹ ਹਾਂ ਪੱਕੀ ਨਹੀਂ ਹੈ। ਉਸ ਤੋਂ ਕਾਫੀ ਨਾਰਾਜ਼ ਨੇ ਕਿਸਾਨ। ਤਾਂ ਐਸੇ ਹਾਲਾਤਾਂ ਦੇ ਵਿੱਚ ਤਲਖੀ ਹੋਰ ਵੱਧ ਰਹੀ ਹੈ। ਬਿਲਕੁਲ ਬਿਲਕੁਲ। ਔਰ ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਨੇ, MOS ਨੇ, ਸੋਮ ਪ੍ਰਕਾਸ਼,
ਉਹਨਾਂ ਦਾ ਰੋਲ ਇੱਕ ਵੱਡਾ ਰੋਲ ਹੈ ਕਿਸ ਤਰੀਕੇ ਨਾਲ ਮਨਾਉਂਦੇ ਨੇ, ਕਿਉਂਕਿ ਅਜੇ ਤੱਕ ਅਸੀਂ ਦੇਖਿਆ ਸੀ ਹਰਜੀਤ ਸਿੰਘ ਗਰੇਵਾਲ ਅੱਗੇ ਆਉਂਦੇ ਸੀ, ਉਹਨਾਂ ਦਾ ਬਹੁਤ ਵਿਰੋਧ ਹੁੰਦਾ ਸੀ। ਹਰਜੀਤ ਸਿੰਘ ਗਰੇਵਾਲ ਦਾ ਤਾਂ ਪਿੰਡਾਂ 'ਚ ਬਾਈਕਾਟ ਹੋਣਾ ਸ਼ੁਰੂ ਹੋ ਗਿਆ, ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਉਹਨਾਂ ਦੀ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਸੀ ਕਿ ਕਾਨੂੰਨ ਵਾਪਸ ਨਹੀਂ ਹੋਣੇ, ਔਰ ਉਹ ਚੀਜ਼ ਉਹਨਾਂ ਨੇ ਤਕਰੀਬਨ ਹਰ ਬਿਆਨ 'ਚ ਦੁਹਰਾਈ। ਸੁਰਜੀਤ ਕੁਮਾਰ ਜੈਨੀ ਥੋੜਾ ਜਿਹਾ ਤਰੀਕੇ ਨਾਲ ਗੱਲ ਕਰਦੇ ਨੇ ਕਿਸਾਨ ਆਗੂਆਂ ਦੇ ਨਾਲ, ਔਰ ਕਿਸਾਨ ਆਗੂ ਉਹਨਾਂ ਦੀ ਗੱਲ ਸੁਣ ਵੀ ਲੈਂਦੇ, ਲੇਕਿਨ ਸੁਰਜੀਤ ਕੁਮਾਰ ਜੈਨੀ ਤੋਂ ਇਲਾਵਾ ਜੋ ਹਰਜੀਤ ਗਰੇਵਾਲ ਆਉਂਦੇ ਤਾਂ ਕਿਸਾਨ ਨਾਰਾਜ਼ ਨਜ਼ਰ ਆਉਂਦੇ ਨੇ, ਜੋ ਜਿਸ ਤਰੀਕੇ ਦੇ ਉਹਨਾਂ ਦੇ ਬਿਆਨ ਹੁੰਦੇ ਆ। ਤਾਂ ਇਹ ਵੇਖਣ ਵਾਲੀ ਗੱਲ ਹੋਏਗੀ ਸੋਮ ਪ੍ਰਕਾਸ਼ ਦੀ ਇਹ ਮੀਟਿੰਗ ਜਿਹੜੀ ਵੱਖ ਤੋਂ ਹੋ ਰਹੀ ਹੈ, ਜਿਹੜੀ ਲੰਚ ਵਿੱਚ ਹੋ ਰਹੀ ਹੈ, ਜਦੋਂ ਹੱਥ ਜੋੜ ਕੇ ਸੋਮ ਪ੍ਰਕਾਸ਼ ਹਰੀ ਖੜੇ ਨੇ, ਇਹ ਮੀਟਿੰਗ ਕਿੰਨੀ ਕੁ ਰੰਗ ਲਿਆਂਦੀ ਹੈ, ਕਿਸਾਨ ਆਗੂ ਕਿੰਨਾ ਕੁ ਮੰਨਦੇ ਆ, ਇਹ ਥੋੜੀ ਦੇਰ 'ਚ ਇਹ ਵੀ ਅਪਡੇਟ ਜਿਵੇਂ ਆਉਂਦਾ ਹੈ ਨਪਿੰਦਰ ਦਰਸ਼ਕਾਂ ਤੱਕ ਸਭ ਤੋਂ ਪਹਿਲਾਂ ਪਹੁੰਚਾਵਾਂਗੇ। ਤਾਂ ਜਿਹੜੀ ਲੰਚ ਬ੍ਰੇਕ ਸੀ ਉਹ ਲੰਚ ਕਮ ਸਮਝੌਤਾ ਬ੍ਰੇਕ ਹੈ, ਯਾਨੀ ਲੰਚ ਦੇ ਬਹਾਨੇ ਹੁਣ ਕਿਤੇ ਨਾ ਕਿਤੇ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸੋਮ ਪ੍ਰਕਾਸ਼ ਹੋਣੀ ਜਿਹੜੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰ ਰਹੇ ਨੇ, ਔਰ ਉਹਨਾਂ ਨੂੰ ਮਨਾਉਣ ਦੀ ਇਹੀ ਕੋਸ਼ਿਸ਼ ਹੈ ਕਿ ਤੁਸੀਂ ਇੱਕ ਵਾਰੀ ਗੱਲਬਾਤ ਕਰੋ, MSP ਤੇ ਗੱਲ ਕਰੋ, ਸਰਕਾਰ ਤੁਹਾਡੇ ਨਾਲ ਗੱਲ ਕਰਨ ਦੇ ਲਈ ਤਿਆਰ ਹੈ। ਪਰ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਮੁੱਦੇ ਤੇ ਗੱਲ ਸ਼ੁਰੂ ਹੋਈ ਹੈ, ਜਦੋਂ ਤੁਹਾਨੂੰ ਇੱਕੋ ਵਾਰੀ ਤਸਵੀਰ ਸਾਫ਼ ਕਰ ਦਿੱਤੀ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਕੋਈ ਸਮਝੌਤਾ ਨਹੀਂ ਕਰਾਂਗੇ, ਤਾਂ ਉਹ ਗੱਲ ਤੁਸੀਂ ਸੁਣਨ ਨੂੰ ਤਿਆਰ ਨਹੀਂ, ਤੇ ਦੂਜੀ ਗੱਲ ਅਸੀਂ ਤੁਹਾਡੇ ਨਾਲ ਨਹੀਂ ਕਰਨੀ। ਹੁਣ ਇਸ ਮਾਮਲੇ ਤੇ ਗੱਲ ਜਿਹੜੀ ਅੜੀ ਹੋਈ ਹੈ, ਪਰ ਸੋਮ ਪ੍ਰਕਾਸ਼ ਲਗਾਤਾਰ ਇਸੇ ਮੁੱਦੇ ਤੇ ਜਿਸ ਤਰ੍ਹਾਂ ਦੀ ਤਸਵੀਰਾਂ ਦਿਖਾਈਆਂ, ਹੱਥ ਬੰਨ੍ਹ ਕੇ ਕਿਸਾਨ ਆਗੂਆਂ ਨੂੰ ਰਿਕੁਐਸਟ ਕਰ ਰਹੇ ਨੇ ਕਿ ਤੁਸੀਂ ਇੱਕ ਵਾਰੀ ਆਓ, ਗੱਲਬਾਤ ਕਰੋ, ਕਿਉਂਕਿ ਸਰਕਾਰ ਤੇ ਬੜਾ ਪ੍ਰੈਸ਼ਰ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕਿਸਾਨ ਆਗੂਆਂ ਤੇ ਪ੍ਰੈਸ਼ਰ ਹੋ ਸਕਦਾ ਹੈ ਕਿ ਇੱਕ ਵੱਡਾ ਅੰਦੋਲਨ ਹੈ ਜਿਹੜਾ ਦਿੱਲੀ ਦੀਆਂ ਸੜਕਾਂ ਤੇ ਚੱਲ ਰਿਹਾ, ਦਿੱਲੀ ਨੂੰ ਚਾਰੇ ਪਾਸੇ ਕਰੀਬ 4-5 ਸੜਕਾਂ ਤੇ ਜਿਹੜਾ ਹੈਗਾ ਮੋਰਚੇ ਲੱਗੇ ਹੋਏ ਨੇ, 2 ਸੜਕਾਂ ਤੇ ਪੰਜਾਬ ਦੇ ਕਿਸਾਨ ਨੇ, ਬਾਕੀ ਸੜਕਾਂ ਤੇ ਹੋਰ ਸੂਬਿਆਂ ਦੇ ਕਿਸਾਨ ਨੇ। ਤਾਂ ਜਿਹੜਾ ਉਹ ਪ੍ਰੈਸ਼ਰ ਕਿਸਾਨ ਆਗੂਆਂ ਤੇ ਵੀ ਆ ਕਿ ਕਿਸ ਤਰ੍ਹਾਂ ਇਸ ਨੂੰ ਕੰਟੀਨਿਊ ਕਰਨਾ ਹੈ, ਕਿਵੇਂ ਇਸ ਨੂੰ ਮੈਨੇਜ ਕਰਕੇ ਰੱਖਣਾ ਸ਼ਾਂਤਮਈ ਤਰੀਕੇ ਦੇ ਨਾਲ, ਇਹ ਇੱਕ ਵੱਡਾ ਚੈਲੰਜ ਆ। और दूजे पासे सरकार ते ये प्रैशर है कि अगे 26 जनवरी भी आ रही है, और ऐसे माहौल ਦੇ ਵਿੱਚ ਕਿੰਨੇ ਪ੍ਰੋਗਰਾਮ ਲੀਕ ਦਿੱਤੇ ਨੇ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ। ਅਸੀਂ ਉੱਠਣਾ ਨਹੀਂ, 26 ਤਰੀਕ ਨੂੰ ਸਾਫ਼ ਕਰਤਾ ਕਿ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਕਿਸਾਨ ਮਾਰਚ ਹੋਏਗਾ, ਉੱਤੇ ਝੰਡੇ ਲੱਗੇ ਹੋਣਗੇ, ਪਰ ਹਾਲੇ ਇਹ ਨਹੀਂ ਦੱਸਿਆ ਕਿ ਉਹ ਟਰੈਕਟਰ ਕਿਸਾਨ ਮਾਰਚ ਦਿੱਲੀ 'ਚ ਕਿੱਥੇ ਕੱਢਣਾ, ਕਿਹੜੀਆਂ ਸੜਕਾਂ ਤੇ ਕੱਢਣਾ ਤੇ ਕਿਹੜਾ ਨਿਸ਼ਾਨਾ ਉਹਨਾਂ ਦਾ ਰਹਿਣ ਵਾਲਾ, ਉਹਦੇ ਬਾਰੇ ਜਿਹੜੀ ਰਣਨੀਤੀ ਉਹ ਤਿਆਰ ਕਰਨੀ ਆ। ਇਸੇ ਗੱਲ ਨੂੰ ਲੈ ਕੇ ਸਰਕਾਰ ਨੂੰ ਲੱਗਦਾ ਹੈ ਕਿ ਉਸ ਦਿਨ ਕਿਤੇ ਪਰੇਡ ਵਾਲੇ ਦਿਨ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਕਿਤੇ ਕਿਸਾਨ ਆਗੂ ਆਪਣਾ ਐਸਾ ਪ੍ਰੋਗਰਾਮ ਨਾ ਲੀਕ ਦੇਣ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਕਿਤੇ ਹੋਰ ਜਿਹੜਾ ਐਸਾ ਸੁਨੇਹਾ ਜਾਵੇ ਜਿਹਦੇ ਨਾਲ ਸਰਕਾਰ ਦੀ ਕਿਰਕਰੀ ਹੋ ਜਾਏ। ਬੜਾ ਵੱਡਾ ਇਸ ਵੇਲੇ ਸਰਕਾਰ ਦੇ ਸਾਹਮਣੇ ਵੀ ਚੈਲੰਜ ਆ। ਇਸੇ ਕਰਕੇ ਸਰਕਾਰ ਦੇ ਜਿਹੜੇ ਮੰਤਰੀ ਨੇ, ਕੇਂਦਰੀ ਮੰਤਰੀ ਨੇ, ਉਹ ਕਿਸਾਨਾਂ ਨੂੰ ਸਮਝਾਉਣ ਬੁਝਾਉਣ ਦੇ ਵਿੱਚ ਲੱਗੇ ਨੇ ਕਿ ਇੱਕ ਵਾਰੀ ਘੱਟੋ ਘੱਟ ਗੱਲ ਤਾਂ ਤੁਰੇ, ਗੱਲ ਅੱਗੇ ਤਾਂ ਵਧੇ। ਅੱਜ ਦੀ ਮੀਟਿੰਗ ਬਿਲਕੁਲ ਬੇਨਤੀਜਾ ਨਾ ਨਿਕਲੇ। ਜੀ ਪੰਕਜ ਕੁਝ ਕਹਿਣਾ ਚਾਹੁੰਦੇ ਹੋ? ਅਜੇ ਵੀ ਨਪਿੰਦਰ ਮੀਟਿੰਗ ਸ਼ੁਰੂ ਨਹੀਂ ਹੋਈ, ਅਜੇ ਵੀ ਸੋਮ ਪ੍ਰਕਾਸ਼ ਵੱਖਰੇ ਤੌਰ ਤੇ ਕਿਸਾਨ ਆਗੂਆਂ ਨੂੰ ਮਿਲ ਰਹੇ, ਔਰ 15 ਦੇ ਕਰੀਬ ਕਿਸਾਨ ਆਗੂ ਬੈਠੇ ਹੋਏ ਨੇ। ਸਾਰੇ ਕਿਸਾਨ ਆਗੂ ਨਹੀਂ, 40 ਕਿਸਾਨ ਆਗੂ ਨੇ, ਔਰ ਲਗਭਗ 15 ਦੇ ਕਰੀਬ ਕਿਸਾਨ ਆਗੂ ਨੇ ਜੋ ਵੱਖਰੇ ਤੌਰ ਤੇ ਸੋਮ ਪ੍ਰਕਾਸ਼ ਹਰੀ ਉਹਨਾਂ ਨਾਲ ਮੁਲਾਕਾਤ ਕਰ ਰਹੇ। ਔਰ ਇਹ ਦੇਖੋ ਕਿ ਲਗਭਗ 1 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ। ਮੀਟਿੰਗ ਕਿਉਂ ਨਹੀਂ ਸ਼ੁਰੂ ਹੋ ਰਹੀ? ਮੀਟਿੰਗ ਇਸ ਕਰਕੇ ਨਹੀਂ ਸ਼ੁਰੂ ਹੋ ਰਹੀ ਕਿਉਂਕਿ ਅਜੇ ਵੀ ਕਿਸਾਨ ਆਗੂ ਕਹਿ ਰਹੇ ਨੇ ਕਿ MSP ਦੀ ਚਰਚਾ ਬਾਅਦ ਵਿੱਚ ਹੋਏਗੀ, ਪਹਿਲਾਂ ਚਰਚਾ ਕਰਨੀ ਤਾਂ ਕਾਨੂੰਨ ਰੱਦ ਕਰਨ ਨੂੰ ਲੈ ਕੇ ਮੰਨੋ। ਔਰ ਸੋਮ ਪ੍ਰਕਾਸ਼ ਪਿਛਲੇ 35 ਮਿੰਟ ਤੋਂ ਲਗਭਗ 35 ਮਿੰਟ ਤੋਂ ਸੋਮ ਪ੍ਰਕਾਸ਼ ਉਹਨਾਂ ਕਿਸਾਨ ਆਗੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਲੱਗੇ ਹੋਏ ਨੇ, ਮਨਾਉਣ ਦੀ ਕੋਸ਼ਿਸ਼ ਲੱਗੇ ਨੇ। ਆਹ ਦੇਖੋ ਇਹ ਤਸਵੀਰ ਦੇ ਵਿੱਚ ਲਗਭਗ 1 ਕਿਸਾਨ ਆਗੂ, 2 ਕਿਸਾਨ ਆਗੂ, 3, 4, 5 ਔਰ 5 ਇੱਧਰ ਬੈਠੇ ਨੇ। ਲਗਭਗ 10 ਤੋਂ 15 ਕਿਸਾਨ ਆਗੂ ਨੇ ਜਿਹੜੇ ਵੱਖਰੇ ਤੌਰ ਤੇ ਮਿਲ ਰਹੇ ਨੇ। ਸ਼ਾਇਦ ਰਾਜੇਵਾਲ ਹੋਰਾਂ ਨੇ ਮੀਟਿੰਗ ਤੋਂ ਮਨਾ ਕਰਤਾ ਹੈ ਕਿ ਅਸੀਂ ਸੋਮ ਪ੍ਰਕਾਸ਼ ਨਾਲ ਵੱਖਰੇ ਤੌਰ ਤੇ ਨਹੀਂ ਮਿਲਣਾ, ਕਿਉਂਕਿ ਗੱਲਬਾਤ ਤਾਂ ਅਮਿਤ ਸ਼ਾਹ ਹੋਰਾਂ ਨੇ ਕਰਨੀ ਹੈ ਜਾਂ ਗੱਲਬਾਤ ਤਾਂ ਉੱਪਰੋਂ ਪ੍ਰਧਾਨ ਮੰਤਰੀ ਦੇ ਸਿਰੇ ਤੋਂ ਹੋਣੀ ਹੈ। ਤਾਂ ਨਰਿੰਦਰ ਸਿੰਘ ਤੋਮਰ ਪਿਊਸ਼ ਗੋਇਲ ਦੇ ਨਾਲ ਅਲੱਗ ਤੋਂ ਕਮਰੇ 'ਚ ਬੈਠੇ ਹੋਏ ਨੇ, ਫੋਨ ਤੇ ਗੱਲਬਾਤ ਸ਼ਾਇਦ ਅਮਿਤ ਸ਼ਾਹ ਹੋਰਾਂ ਨੂੰ ਸਾਰੀ ਜਾਣਕਾਰੀ ਦੇ ਰਹੇ ਨੇ। ਕਿਸਾਨ ਆਗੂ 15 ਦੇ ਕਰੀਬ ਵੱਖਰੇ ਤੌਰ ਤੇ ਬੈਠੇ ਹੋਏ ਨੇ, ਉਹ ਇਸ ਵੇਲੇ ਚਾਹ ਵਾਲੀ ਥਾਂ ਤੇ ਬੈਠੇ ਹੋਏ ਨੇ। ਦੋਨੇ ਤਰ੍ਹਾਂ ਦੀ ਰਣਨੀਤੀ ਹਾਲੇ ਵੀ ਬਣ ਰਹੀ ਹੈ, ਅਜੇ ਬਣ ਰਹੀ। ਔਰ ਇਹ ਦੇਖੋ ਕਿ ਤੀਜੇ ਪਾਸੇ ਇਹ ਕਿਸਾਨ ਆਗੂ ਸੋਮ ਪ੍ਰਕਾਸ਼ ਉਹਨਾਂ ਨੂੰ ਮਨਾਉਣ ਵਿੱਚ ਲੱਗੇ ਨੇ। 35 ਮਿੰਟ ਹੋ ਗਏ ਨੇ, 35 ਤੋਂ 40 ਮਿੰਟ ਹੋ ਗਏ ਨੇ। ਇਹ ਲਗਾਤਾਰ ਸੋਮ ਪ੍ਰਕਾਸ਼ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਕੀ ਸੋਮ ਪ੍ਰਕਾਸ਼ ਮਨਾ ਸਕਣਗੇ ਔਰ ਕੀ MSP ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਰਾਜ਼ੀ ਹੋਣਗੇ? ਇਹ ਕਾਫੀ ਅਹਿਮ ਤਸਵੀਰ ਇਸ ਕਰਕੇ ਵੀ ਹੈ ਕਿਉਂਕਿ ਇੰਨਾ ਲੰਬਾ ਕਦੀ ਵੀ ਲੰਚ ਬ੍ਰੇਕ ਨਹੀਂ ਹੋਇਆ ਔਰ ਇੰਨੀ ਦੇਰ ਕਿਸਾਨ ਆਗੂਆਂ ਨੂੰ ਮਨਾਉਣ 'ਚ ਨਹੀਂ ਹੋਇਆ। ਇਹ ਉਸ ਵੇਲੇ ਨਾਰਾਜ਼ਗੀ ਨਜ਼ਰ ਆਈ ਸੀ ਜਦੋਂ ਯੈਸ ਔਰ ਨੋ ਤੇ ਕਿਸਾਨ ਆਗੂ ਅੜੇ ਸੀਗੇ ਔਰ ਉੱਠ ਕੇ ਬਾਹਰ ਆ ਗਏ ਸੀਗੇ ਕਿ ਯੈਸ ਔਰ ਨੋ ਤੋਂ ਅੱਗੇ ਨਹੀਂ ਅਸੀਂ ਵਧਣਾ, ਅਗਰ ਗੱਲ ਕਰਨੀ ਯੈਸ ਔਰ ਨੋ ਤੋਂ ਬਾਅਦ ਕਰੋ। ਉਸ ਤੋਂ ਬਾਅਦ 2 ਮੀਟਿੰਗਾਂ ਹੋਈਆਂ ਔਰ 2 ਮੀਟਿੰਗਾਂ 'ਚ ਇਹ ਪਹਿਲੀ ਵਾਰ ਹੈ ਕਿ ਇਸ ਤਰੀਕੇ ਦੇ ਨਾਲ ਸੋਮ ਪ੍ਰਕਾਸ਼ ਇੰਨੀ ਦੇਰ ਲੱਗੇ ਹੋਣ। ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ ਉਹ ਵੱਖਰੇ ਤੌਰ ਤੇ ਆਪਣੀ ਮੀਟਿੰਗ ਕਰ ਰਹੇ ਹੈ। 15 ਦੇ ਕਰੀਬ ਕਿਸਾਨ ਜਥੇਬੰਦੀਆਂ ਆਪਣੇ ਤੌਰ ਤੇ ਵੱਖਰੇ ਤੌਰ ਤੇ ਮਿਲ ਰਹੀਆਂ। ਕਦੋਂ ਮੀਟਿੰਗ ਸ਼ੁਰੂ ਹੋਏਗੀ? ਔਰ ਇਹ ਸਾਰੇ ਮਨਜੀਤ ਸਿੰਘ ਰਾਏ ਹੋਰੀ ਜਾਂ ਫਿਰ ਇਹ ਜਿਹੜੇ ਕੀ ਨਾ ਸਿਰਸਾ ਹੋਰੀ ਨੇ, ਬਲਦੇਵ ਸਿੰਘ ਸਿਰਸਾ ਹੋਰੀ, ਕੀ ਇਹ ਸੋਮ ਪ੍ਰਕਾਸ਼ ਹੋਰਾਂ ਦੀ ਗੱਲ ਮੰਨਣਗੇ? ਕੀ ਮੀਟਿੰਗ ਦੁਬਾਰਾ ਤੋਂ ਸ਼ੁਰੂ ਹੋਏਗੀ? ਕਿੰਨੀ ਦੇਰ 'ਚ ਸ਼ੁਰੂ ਹੋਏਗੀ? ਜਿਵੇਂ ਹੀ ਕੁਝ ਅਪਡੇਟ ਆਉਂਦਾ ਸਭ ਤੋਂ ਪਹਿਲਾਂ ਦੱਸਾਂਗੇ। ਅਜੇ ਤੱਕ ਮੀਟਿੰਗ ਨਹੀਂ ਸ਼ੁਰੂ ਹੋਈ ਜੋ ਜਾਣਕਾਰੀ ਮਿਲਦੀ ਹੈ। ਸਭ ਤੋਂ ਪਹਿਲਾਂ ਤਾਂ ਵੱਡਾ ਚੈਲੰਜ ਇਹੀ ਹੈ
ਕਿ ਅੱਗੇ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਮਨਾਉਣਾ ਤਾਂ ਵੱਡੀ ਗੱਲ ਹੈ, ਪਹਿਲਾਂ ਕਿਸਾਨਾਂ ਨੂੰ ਮੀਟਿੰਗ ਦੇ ਲਈ ਮਨਾਉਣਾ ਹੀ ਚੈਲੰਜ ਹੋਇਆ ਪਿਆ। ਸੋਮ ਪ੍ਰਕਾਸ਼ ਹੋਣੀ ਲਗਾਤਾਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਘੱਟੋ ਘੱਟ ਮੀਟਿੰਗ ਤਾਂ ਕਰੋ, ਮੀਟਿੰਗ ਲਈ ਤਾਂ ਆਓ। ਤੇ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ ਇੰਨਾ ਲੰਬਾ ਕਦੇ ਲੰਚ ਬ੍ਰੇਕ ਨਹੀਂ ਹੋਇਆ, ਪਰ ਅੱਜ ਲੰਚ ਕਮ ਸਮਝੌਤਾ ਬ੍ਰੇਕ ਹੈ ਜਿਹੜਾ ਉਹ ਲੰਬਾ ਹੋ ਗਿਆ। ਇੰਨਾ ਲੰਬੇ ਟਾਈਮ ਤੋਂ ਉਹਨਾਂ ਨੂੰ ਮਨਾਉਣ ਦੀ ਪਹਿਲਾਂ ਜਿਹੜਾ ਲੰਗਰ ਛਕਿਆ, ਉਸ ਤੋਂ ਬਾਅਦ ਸੋਮ ਪ੍ਰਕਾਸ਼ ਸਾਰੇ ਕਿਸਾਨ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਉਹਨਾਂ ਨੂੰ ਰਾਜੀ ਕੀਤਾ ਜਾਵੇ, ਸਮਝਾ ਬੁਝਾ ਕੇ ਇੱਕ ਵਾਰੀ ਮੀਟਿੰਗ ਦੇ ਵਿੱਚ ਫਿਰ ਤੋਂ ਲਿਜਾਇਆ ਜਾਵੇ। ਕਿਉਂਕਿ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ, ਸਰਕਾਰ ਤੇ ਪ੍ਰੈਸ਼ਰ ਹੈ, ਮੰਤਰੀਆਂ ਤੇ ਪ੍ਰੈਸ਼ਰ ਹੈ, ਔਰ ਹੁਣ ਦੋਨੇ ਪਾਸੇ ਰਣਨੀਤੀ ਬਣਾਈ ਜਾ ਰਹੀ ਹੈ। 15 ਦੇ ਕਰੀਬ ਕਿਸਾਨ ਆਗੂ ਇੱਕ ਪਾਸੇ ਬੈਠ ਕੇ ਆਪਣੀ ਜਿਹੜੀ ਰਣਨੀਤੀ ਬਣਾ ਰਹੇ ਨੇ, ਗੱਲਬਾਤ ਕਰ ਰਹੇ ਨੇ, ਚਰਚਾ ਕਰ ਰਹੇ ਨੇ ਕਿ ਅਗਰ ਸੈਕੰਡ ਹਾਫ ਦੀ ਮੀਟਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਹੋਣੀ ਹੈ। ਦੂਜੇ ਪਾਸੇ ਪੀਯੂਸ਼ ਗੋਇਲ ਹੋਣ ਔਰ ਚਾਹੇ ਨਰਿੰਦਰ ਸਿੰਘ ਤੋਮਰ ਹੋਣ, ਉਹ ਅਲੱਗ ਕਮਰੇ ਦੇ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਨੇ। ਔਰ ਜਿਸ ਤਰ੍ਹਾਂ ਸਾਡੇ ਸਹਿਯੋਗੀ ਮੁਤਾਬਕ ਹੋ ਸਕਦਾ ਅਮਿਤ ਸ਼ਾਹ ਹੋਰਾਂ ਦੇ ਨਾਲ ਵੀ ਚਰਚਾ ਕਰ ਰਹੇ ਹੋਣ ਕਿ ਕਿਸਾਨ ਇਸ ਮੰਗ ਤੇ ਅੜੇ ਹੋਏ ਨੇ, ਇਸ ਤੋਂ ਪਿੱਛੇ ਹਟਣ ਲਈ ਉਹ ਤਿਆਰ ਨਹੀਂ, ਉਹ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ, MSP ਤੇ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ। ਤਾਂ ਕੀ ਅੱਗੋਂ ਆਦੇਸ਼ ਆਉਂਦਾ, ਕੀ ਅੱਗੋਂ ਕਿਸ ਤਰ੍ਹਾਂ ਸਿਗਨਲ ਆਉਂਦਾ, ਉਸ ਸਿਗਨਲ ਤੇ ਡਿਪੈਂਡ ਕਰਦਾ ਹੈ ਕਿ ਇਸ ਅਗਲੇ ਦੌਰ ਦੀ ਮੀਟਿੰਗ ਦੇ ਵਿੱਚ ਜਿਹੜਾ ਸੈਕੰਡ ਫੇਜ਼ ਦਾ ਮੀਟਿੰਗ ਦਾ ਅੱਜ ਦਾ ਸੈਕੰਡ ਹਾਫ ਆ, ਉਸ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਤਾਂ ਕਿਸ ਮਾਹੌਲ ਦੇ ਵਿੱਚ ਹੁੰਦੀ ਹੈ। ਜੀ ਗੌਰਵ। ਬਿਲਕੁਲ, ਤਾਂ ਪਹਿਲੇ ਸੈਸ਼ਨ ਦੀ ਮੀਟਿੰਗ ਦਾ ਜ਼ਿਕਰ ਬਹੁਤ ਤਫਸੀਲ ਦੇ ਨਾਲ ਸਾਨੂੰ ਦੱਸਿਆ ਗਿਆ। ਉਸ ਤੋਂ ਬਾਅਦ ਲੰਚ ਬ੍ਰੇਕ ਬਹੁਤ ਅਹਿਮ ਹੈ ਅੱਜ ਦਾ। ਪਿਛਲੀ ਵਾਰੀ ਲੰਚ ਬ੍ਰੇਕ ਦੋਵੇਂ ਧਿਰਾਂ ਇਕੱਠੀਆਂ ਲੰਚ ਕਰ ਰਹੀਆਂ ਸੀ, ਪਰ ਅੱਜ ਦੀ ਲੰਚ ਬ੍ਰੇਕ ਬਿਲਕੁਲ ਖਾਸ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਜਦੋਂ ਲੰਚ ਦੇ ਲਈ ਆਈਆਂ ਤਾਂ ਉਸ ਸਮੇਂ ਬਹੁਤ ਤਲਖੀ ਭਰਿਆ ਮਾਹੌਲ ਸੀ ਅੰਦਰ। ਤੇ ਉਸ ਤੋਂ ਬਾਅਦ ਲੰਚ ਦੇ ਵਿੱਚ ਸੋਮ ਪ੍ਰਕਾਸ਼ ਦੀ ਜ਼ਿੰਮੇਵਾਰੀ ਲਗਾਈ ਗਈ ਹੈ। ਉਹ ਖੁਦ ਅੱਗੇ ਆਏ ਨੇ, ਇੱਕ ਤਰੀਕੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਹੁਣ ਸਵਾਲ ਇਹ ਹੈ ਕਿ ਮਨਾਉਣ ਦੀ ਕੋਸ਼ਿਸ਼ ਕਿਸ ਐਂਗਲ ਤੇ ਹੈ, ਕਿਉਂਕਿ ਇਹ ਇਸ ਐਂਗਲ ਤੇ ਹੈ ਕਿ ਠੀਕ ਹੈ ਤੁਸੀਂ MSP ਦੇ ਉੱਤੇ ਗੱਲਬਾਤ ਕਰ ਲਓ, ਕਾਨੂੰਨਾਂ ਦੇ ਉੱਤੇ, ਉਸ ਤੋਂ ਬਾਅਦ ਦੇ ਵਿੱਚ ਗੱਲਬਾਤ ਕਰ ਲੈਣਾ। ਪਰ ਫਿਲਹਾਲ ਕਿਸਾਨਾਂ ਨੇ ਇਹ ਕਹਿ ਦਿੱਤਾ ਕਿ ਤੁਸੀਂ ਪਹਿਲਾਂ ਆਪਣਾ ਸਟੈਂਡ ਕਲੀਅਰ ਕਰੋ ਖੇਤੀ ਕਾਨੂੰਨਾਂ ਦੇ ਉੱਤੇ, ਖੇਤੀ ਕਾਨੂੰਨ ਰੱਦ ਕਰੋ, ਉਸ ਤੋਂ ਬਾਅਦ ਅਸੀਂ MSP ਦੇ ਉੱਤੇ ਗੱਲਬਾਤ ਕਰਾਂਗੇ। 1 ਘੰਟੇ ਤੋਂ ਰੁਕੀ ਹੋਈ ਹੈ ਮੀਟਿੰਗ, ਤਕਰੀਬਨ ਸਵਾ ਘੰਟਾ 1.5 ਘੰਟਾ ਹੋ ਚੱਲਿਆ ਹੈ ਜਦੋਂ ਲੰਚ ਬ੍ਰੇਕ ਹੋਇਆ ਹੋਇਆ। ਤਾਂ ਇਸ ਲੰਚ ਬ੍ਰੇਕ ਤੋਂ ਬਾਅਦ ਜਿਵੇਂ ਨਪਿੰਦਰ ਨੇ ਵੀ ਜ਼ਿਕਰ ਕੀਤਾ ਕਿ ਇਹ ਲੰਚ ਕਮ ਸਮਝੌਤਾ ਬ੍ਰੇਕ ਲੱਗ ਰਹੀ ਹੈ, ਤਾਂ ਕਿ ਇਸ ਤੋਂ ਬਾਅਦ ਮੀਟਿੰਗ ਸ਼ੁਰੂ ਹੋਵੇਗੀ ਵੀ ਜਾਂ ਨਹੀਂ, ਕਿ ਕਿਸਾਨ ਮੰਨਣਗੇ ਕਿ ਚਲੋ ਠੀਕ ਹੈ ਬੈਠੋ MSP ਤੇ ਗੱਲ ਕਰ ਲੈਂਦੇ ਆ। ਕਿਉਂਕਿ ਕਿਸਾਨ ਇਹ ਕਹਿ ਕੇ ਆਏ ਨੇ ਕਿ ਤੁਸੀਂ ਜੀ ਪਹਿਲਾਂ ਰੱਦ ਕਰੋ ਕਾਨੂੰਨ, ਉਸ ਤੋਂ ਬਾਅਦ ਅਸੀਂ MSP ਤੇ ਗੱਲ ਕਰਾਂਗੇ। ਜੇ ਹੁਣ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਕਾਨੂੰਨ ਤਾਂ ਰੱਦ ਨਹੀਂ ਕਰਨੇ, ਤਾਂ ਫਿਰ ਕੀ ਅੱਜ ਦੀ ਮੀਟਿੰਗ ਪਹਿਲੇ ਹਾਫ ਤੋਂ ਬਾਅਦ ਹੀ ਖਤਮ ਹੋ ਗਈ ਜਾਂ ਖਤਮ ਹੋ ਜਾਏਗੀ, ਜਾਂ ਫਿਰ ਮਨਾਉਣ ਦੇ ਵਿੱਚ ਕਾਮਯਾਬ ਰਹਿੰਦੇ ਨੇ? ਸੋਮ ਪ੍ਰਕਾਸ਼ ਉਹ ਦੇਖਣ ਲਾਇਕ ਰਹੇਗਾ। ਨਪਿੰਦਰ ਲਗਾਤਾਰ ਸਾਡੇ ਨਾਲ ਨੇ, ਨਪਿੰਦਰ ਦੇ ਨਾਲ ਪੰਕਜ ਕਪਾਹੀ ਸਾਡੇ ਨਾਲ ਲਗਾਤਾਰ ਨੇ, ਵਿਗਿਆਨ ਭਵਨ ਤੋਂ ਸਾਡੇ ਤੱਕ ਜਾਣਕਾਰੀ ਲਗਾਤਾਰ ਪਹੁੰਚਾ ਰਹੇ ਨੇ। ਤੇ ਇਸ ਵਿਚਾਲੇ ਅਸੀਂ ਇਸ ਪੂਰੇ ਇਸ ਸਮੇਂ ਦੇ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੁੜ ਰਹੇ ਨੇ, ਇਸ ਪੂਰੇ ਮਸਲੇ ਨੂੰ ਬਖੂਬੀ ਸਮਝਦੇ ਨੇ, ਸਿਆਸਤ ਨੂੰ ਬਖੂਬੀ ਸਮਝਦੇ ਨੇ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਮੇਰਾ ਪਹਿਲਾ ਸਵਾਲ, ਮੀਟਿੰਗ ਦੇ ਵਿੱਚ ਕੀ ਕੁਝ ਹੋ ਰਿਹਾ? ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਵੀ ਪਹੁੰਚ ਰਹੀਆਂ ਹੋਣਗੀਆਂ, ਨਿਊਜ਼ 18 ਦੇ ਜ਼ਰੀਏ ਵੀ ਪਹੁੰਚ ਰਹੀਆਂ ਹੋਣਗੀਆਂ।